ਐਮਏ ਭਾਗ ਪਹਿਲਾ ਸਾਹਿਤ ਆਲੋਚਨਾ ਦੇ ਸਿਧਾਂਤ ਵਿੱਚ ਪਹਿਲੇ ਸੈਕਸ਼ਨ ਦੇ ਵਿੱਚ ਸਾਡਾ ਅਗਲਾ ਟੌਪਿਕ ਹੈ ਕਾਵਿ ਦਾ ਲਕਸ਼ਣ ਅਤੇ ਸਰੂਪ। ਲਕਸ਼ਣ ਤੋਂ ਭਾਵ ਹੈ ਲੱਛਣ। ਕਾਵਿ ਦੇ ਲੱਛਣ, ਕਿਹੜੀ ਰਚਨਾ ਦੇ ਵਿੱਚ ਕਿਹੜੇ ਲਕਸ਼ਣ ਜਿਹੜੇ ਨੇ ਮੌਜੂਦ ਹੋਣ ਜਿਹਦੇ ਕਰਕੇ ਅਸੀਂ ਇਸ ਨੂੰ ਕਾਵਿ ਦੀ ਸ਼੍ਰੇਣੀ ਵਿੱਚ ਰੱਖ ਸਕੀਏ, ਤੇ ਉਹਦਾ ਸਰੂਪ ਜਿਹੜਾ ਹੈ ਉਹ ਕੀ ਹੋਏਗਾ, ਉਹਦੇ ਵਿੱਚ ਕੀ ਕੁਝ ਹੋਏਗਾ। ਕਾਵਿ ਦਾ ਲਕਸ਼ਣ ਅਤੇ ਸਰੂਪ ਇਹ ਸਾਡਾ ਟੌਪਿਕ ਹੈ। ਇਹਦੇ ਵਿੱਚ ਸਾਨੂੰ ਪਤਾ ਹੈ ਕਿ ਜਿਹੜੀ ਬੁੱਕ ਲੱਗੀ ਹੈ ਉਹਦੇ ਸਾਨੂੰ ਇੰਨੇ ਤੋਂ ਇੰਨਾ ਪੰਨਾ ਮੈਂਸ਼ਨਡ ਨੇ, ਉਹ ਵੀ ਸਾਰੇ ਅਸੀਂ ਜਿਹੜੇ ਨੇ ਪੜ੍ਹਨੇ ਵੀ ਨੇ ਤੇ ਉਹ ਡਿਸਕਸ਼ਨ ਕਰਨੇ, ਉਹਦੇ ਵਿੱਚੋਂ ਹੀ ਸਾਡੇ ਸਵਾਲ ਬਣਦੇ ਨੇ। ਇਹ ਵੀ ਇੱਕ ਸਵਾਲ ਬਣਦਾ ਹੈ ਕਿ ਕਾਵਿ ਦੇ ਲਕਸ਼ਣ ਅਤੇ ਸਰੂਪ ਬਾਰੇ ਵਿਸਤ੍ਰਿਤ ਚਰਚਾ ਕਰੋ। ਇਹਦੇ ਵਿੱਚ ਅਸੀਂ ਗੱਲ ਕਰਾਂਗੇ। ਉਹ ਕਹਿੰਦੇ ਆ ਕਿ ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਪਿਛਲੇ 2000 ਸਾਲ ਤੋਂ ਕਾਵਿ ਦੇ ਲਕਸ਼ਣ ਯਾਨੀ ਕਿ ਉਹਦੇ ਵਿੱਚ ਕੀ ਕੀ ਹੋਣਾ ਚਾਹੀਦਾ ਉਹਨੂੰ ਪਰਿਭਾਸ਼ਿਤ ਅਸੀਂ ਕੀ ਕਰਾਂਗੇ, ਕਿਹੜੇ ਗੁਣਾਂ ਦੇ ਆਧਾਰ ਤੇ ਪਰਿਭਾਸ਼ਿਤ ਕਰਾਂਗੇ, ਕਿਹੜੇ ਲਕਸ਼ਣਾਂ ਦੇ ਆਧਾਰ ਤੇ ਪਰਿਭਾਸ਼ਿਤ ਕਰਾਂਗੇ। ਉਹਦੇ ਲਕਸ਼ਣ ਜਿਹੜੇ ਨੇ ਪ੍ਰਸਤੁਤ ਕਰਨ ਲਈ ਸਮੇਂ-ਸਮੇਂ ਤੇ ਅਨੇਕਾਂ ਯਤਨ ਹੁੰਦੇ ਰਹੇ ਨੇ। ਸੰਸਕ੍ਰਿਤ ਦੇ ਵਿੱਚ ਲਕਸ਼ਣ ਸੰਬੰਧੀ ਨਿਯਮਾਂ ਦੇ ਆਧਾਰ ਤੇ ਵਿਦਵਾਨ ਜਿਹੜੇ ਨੇ ਉਹ ਕਿਸੇ ਵੀ ਤੱਤ ਦਾ ਸਾਰੇ ਅੰਗਾਂ ਤੋਂ ਪਰਿਪੂਰਨ ਜਿਹਦੇ ਚ ਕੋਈ ਕਮੀ ਨਾ ਹੋਵੇ, ਭਰਪੂਰ ਹੋਵੇ, ਸਟੀਕ ਪੂਰਾ ਜਿਹੜਾ ਆਪਾਂ ਕਹਿੰਦੇ ਆ ਕਿ ਬੈਲੈਂਸਡ ਹੁੰਦਾ ਹੈ, ਸਟੀਕ ਅਤੇ ਅਵਿਆਪਤੀ ਅਤੇ ਅਤ ਵਿਆਪਤੀ ਦੋਸ਼ ਤੋਂ ਰਹਿਤ ਹੋਣਾ ਚਾਹੀਦਾ ਹੈ। ਹੁਣ ਸਾਰੇ ਅੰਗਾਂ ਤੋਂ ਪਰਿਪੂਰਨ, ਕਿਸੇ ਵੀ ਉਹਦੇ ਅੰਗ ਦੇ ਵਿੱਚ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਕਮੀ ਨਾ ਆਵੇ, ਸੰਪੂਰਨ ਹੋਵੇ, ਸਟੀਕ ਹੋਵੇ, ਆਪਣੇ ਨਿਸ਼ਾਨੇ ਤੇ ਹੋਵੇ, ਜੋ ਗੱਲ ਜਿਵੇਂ ਗੱਲ ਜਿਹੜੇ ਸ਼ਬਦ ਦੁਆਰਾ ਜਿਹੜਾ ਅਰਥ ਸਿਰਜਿਤ ਕਰਨਾ ਹੈ ਉਹ ਸਟੀਕ ਅਰਥ ਨਿਕਲੇ, ਜਿਵੇਂ ਕਹਿੰਦੇ ਨਿਸ਼ਾਨੇ ਤੇ ਹੋਵੇ ਗੱਲ, ਅਤੇ ਅਵਿਆਪਤੀ ਉਹਦੇ ਕਿਸੇ ਵੀ ਤੱਤ ਦੀ ਅਵਿਆਪਤੀ ਘਾਟ ਨਾ ਹੋਵੇ ਅਤੇ ਅਤ ਵਿਆਪਤੀ ਵਾਧ ਨਾ ਹੋਵੇ, ਵੀ ਲੋੜ ਤੋਂ ਵੱਧ ਨਾ ਵਰਤਿਆ ਗਿਆ ਹੋਵੇ ਅਤੇ ਲੋੜ ਤੋਂ ਘੱਟ ਨਾ ਵਰਤਿਆ ਗਿਆ ਹੋਵੇ। ਲੋੜ ਤੋਂ ਘੱਟ ਵਰਤਿਆ ਜਾਣਾ ਵੀ ਦੋਸ਼ ਹੈ, ਲੋੜ ਤੋਂ ਵੱਧ ਚੀਜ਼ ਦਾ ਵਰਤਿਆ ਜਾਣਾ ਵੀ ਦੋਸ਼ ਹੈ। ਇਹ ਅਜਿਹੇ ਦੋਸ਼ਾਂ ਤੋਂ ਜਿਹੜਾ ਰਹਿਤ ਹੋਣਾ ਚਾਹੀਦਾ ਹੈ। ਫਿਰ ਉਸਨੂੰ ਕਹਾਂਗੇ ਕਿ ਹਾਂ ਇਹ ਕਾਵਿ ਦੇ ਲਕਸ਼ਣ ਇਹਦੇ ਵਿੱਚ ਹੈਗੇ ਨੇ। ਉਕਤ ਇਹਨਾਂ ਦੋਸ਼ਾਂ ਤੋਂ ਜਿਹੜਾ ਹੈ ਰਹਿਤ ਲਕਸ਼ਣ ਪ੍ਰਸਤੁਤ ਕਰਨਾ ਇੱਕ ਔਖਾ ਕੰਮ ਹੈ ਕਿ ਇਹ ਜਿਹੜੇ ਨੇ ਪਰਿਪੂਰਨ ਹੋਵੇ, ਸਟੀਕ ਹੋਵੇ, ਨਾ ਘੱਟ ਹੋਵੇ ਨਾ ਵੱਧ ਹੋਵੇ। ਇਹ ਜਿਹੜਾ ਹੈ ਕੰਮ ਬਹੁਤ ਔਖਾ ਹੈ ਅਜਿਹੀਆਂ ਰਚਨਾਵਾਂ ਜਾਂ ਅਜਿਹੇ ਲਕਸ਼ਣਾਂ ਦਾ ਮਿਲਣਾ ਰਚਨਾਵਾਂ ਦੇ ਵਿੱਚ। ਫਿਰ ਵੀ ਕਾਵਿਤਵ ਕਿਸ ਵਿੱਚ ਵਿਦਵਾਨ ਹੈ? ਕਵੀ ਪੁਣਾ, ਕਾਵ ਪੁਣਾ, ਕਾਵ ਦੇ ਜਿਹੜੇ ਗੁਣ ਨੇ ਕਿਹਦੇ ਵਿੱਚ ਮੌਜੂਦ ਨੇ। ਇਸ ਤੱਥ ਨੂੰ ਧਿਆਨ ਚ ਰੱਖ ਕੇ ਸਮੇਂ-ਸਮੇਂ ਤੇ ਭਾਰਤੀ ਸਮੀਖਿਆਕਾਰਾਂ ਨੇ ਜਿਹੜੇ ਨੇ ਉਹ ਆਪਣੇ ਵਿਚਾਰ ਦਿੱਤੇ ਨੇ ਜਾਂ ਉਹਨਾਂ ਦਾ ਵਿਵੇਚਨ ਕਰਦੇ ਰਹੇ ਨੇ, ਉਹਨਾਂ ਦੀ ਘੋਖ ਪੜਤਾਲ ਕਰਦੇ ਰਹੇ ਨੇ, ਉਹਨਾਂ ਨੂੰ ਐਨਾਲਾਈਜ਼ ਕਰਦੇ ਰਹੇ ਨੇ। ਭਾਰਤੀ ਕਾਵਿ ਸ਼ਾਸਤਰ ਦੇ ਆਦਿ ਪ੍ਰਵਰਤਕ ਸਭ ਤੋਂ ਪਹਿਲੇ ਆਚਾਰਿਆ ਜਿਨ੍ਹਾਂ ਨੇ ਗੱਲ ਕਰੀ ਸੀ ਭਰਤਮੁਨੀ ਨੇ, ਚਾਹੇ ਨਾਟਿਆਂ ਦੇ ਅੰਗਾਂ, ਪ੍ਰਤਿਅੰਗਾਂ, ਉਪਅੰਗਾਂ ਅਤੇ ਨਾਟਿਆਂ ਨਾਲ ਜੁੜੀਆਂ ਅਨੇਕ ਕਲਾਵਾਂ ਦੇ ਸੂਖਮ ਵਿਵੇਚਨ ਤੋਂ ਭਰਪੂਰ ਇੱਕ ਮਹਾਕੋਸ਼ ਦੇ ਰੂਪ ਵਿੱਚ ਸਾਨੂੰ ਇੱਕ ਗ੍ਰੰਥ ਦਿੱਤਾ ਜਿਹਦਾ ਨਾਮ ਨਾਟਯ ਸ਼ਾਸਤਰ ਹੈ। ਪਰ ਇਹਦੇ ਵਿੱਚ ਵੀ ਉਹਨਾਂ ਨੇ ਕਾਵਿ ਦੇ ਸਰੂਪ ਬਾਰੇ ਕੋਈ ਬਹੁਤੀ ਚਰਚਾ ਨਹੀਂ ਕੀਤੀ ਜਾਂ ਕੋਈ ਸੰਕੇਤ ਨਹੀਂ ਦਿੱਤਾ। ਇਸ ਦ੍ਰਿਸ਼ਟੀ ਤੋਂ ਸਭ ਤੋਂ ਪਹਿਲਾਂ ਜੋ ਗੱਲ ਕਰਦਾ ਹੈ ਉਹ ਹੈ ਆਚਾਰਿਆ ਭਾਮਾ। ਆਚਾਰਿਆ ਭਾਮਾ ਨੇ ਸ਼ਬਦ ਅਤੇ ਅਰਥ ਦੇ ਸਹਿ ਭਾਵ ਨੂੰ ਕਾਵਿ ਕਿਹਾ। ਸ਼ਬਦ ਅਤੇ ਅਰਥ ਦੋਨਾਂ ਦਾ ਸਹਿ ਭਾਵ, ਦੋਨਾਂ ਦਾ ਜੋੜ ਜਿਹੜਾ ਹੈ, ਜਿੰਨਾ ਜੋੜ ਵਧੀਆ ਹੋਏਗਾ ਓਨਾ ਚੰਗਾ ਕਾਵਿ ਹੋਏਗਾ। ਸ਼ਬਦ ਤੇ ਅਰਥ ਦੇ ਸਹਿ ਭਾਵ ਨੂੰ ਕਾਵਿ ਆਖ ਕੇ ਸਪਸ਼ਟ ਸ਼ਬਦਾਂ ਵਿੱਚ ਕਾਵਿ ਦੇ ਲਕਸ਼ਣ ਅਤੇ ਸਰੂਪ ਨੂੰ ਉਲੀਕਿਆ। ਉਹਨਾਂ ਨੇ ਇਹ ਲਕਸ਼ਣ ਮੰਨਿਆ ਜਿਹਦੇ ਵਿੱਚ ਸ਼ਬਦ ਤੇ ਅਰਥ ਦਾ ਬਹੁਤ ਖੂਬਸੂਰਤ ਸਹਿ ਭਾਵ ਹੋਵੇ। ਅਜਿਹੇ ਲਕਸ਼ਣ ਨੂੰ ਕਾਵਿ ਦਾ ਲਕਸ਼ਣ ਮੰਨਿਆ। ਇਹ ਪਰਿਭਾਸ਼ਾ ਬਾਅਦ ਦੇ ਆਚਾਰਿਆਂ ਦੀਆਂ ਅਤ ਸਰਲ ਪਰਿਭਾਸ਼ਾਵਾਂ ਤੋਂ ਸਪਸ਼ਟ ਹੈ ਕਿ ਜਿਸ ਵਿੱਚ ਸ਼ਬਦ ਤੇ ਅਰਥ ਦੋਹਾਂ ਦੇ ਸਿਰਫ ਸਹਿਜ ਸੰਯੋਗ ਨੂੰ ਕਾਵਿ ਕਿਹਾ ਗਿਆ। ਸਹਿਜ ਸੰਯੋਗ, ਜ਼ਬਰਦਸਤੀ ਨਾ ਉਹਦੇ ਵਿੱਚ ਅਰਥ ਭਰੇ ਜਾਣ ਉਸ ਸ਼ਬਦ ਦੇ ਲਈ, ਜਾਂ ਆਪਾਂ ਕਹਿੰਦੇ ਕਿ ਕਿਸੇ ਅਰਥ ਦੇਣ ਲਈ ਜ਼ਬਰਦਸਤੀ ਸ਼ਬਦ ਨਾ ਵਰਤੇ ਜਾਣ, ਇਸ ਲਈ ਸਹਿਜ ਹੋਵੇ, ਕੁਦਰਤੀ ਹੋਵੇ ਕਿ ਹਾਂ ਇਹ ਸ਼ਬਦ ਹੀ ਵਰਤਿਆ ਜਾ ਸਕਦਾ ਸੀ ਜੇਕਰ ਅਸੀਂ ਫਲਾਂ ਅਰਥ ਦੇਣੇ ਸੀ, ਜਾਂ ਇਹ ਸ਼ਬਦ ਤੇ ਅਰਥ ਦੋਨੋਂ ਇੱਕ ਦੂਜੇ ਲਈ ਹੀ ਬਣੇ ਨੇ। ਇਹ ਲਕਸ਼ਣ ਜਿੰਨਾ ਪੁਰਾਣਾ ਉਨਾ ਹੀ ਸੰਖੇਪ ਵੀ ਹੈ। ਕੋਈ ਬਹੁਤੀ ਡਿਟੇਲ ਨਹੀਂ ਹੈ ਕਿ ਕਾਵਿ ਦਾ ਲਕਸ਼ਣ ਕੀ ਹੈ। ਕਹਿੰਦੇ ਸਿੰਪਲ ਹੈ ਕਿ ਸ਼ਬਦ ਅਤੇ ਅਰਥ ਦਾ ਸਹਿ ਭਾਵ ਕਾਵਿ ਹੈ। ਇਹ ਉਹਦੇ ਚ ਜਿਹੜੀ ਰਚਨਾ ਦੇ ਵਿੱਚ ਇਹ ਲਕਸ਼ਣ ਹੈ ਉਹ ਕਾਵਿ ਗੁਣਾਂ ਨਾਲ ਭਰਪੂਰ ਹੈ। ਇਹ ਲਕਸ਼ਣ ਜਿੰਨਾ ਪੁਰਾਣਾ ਹੈ ਉਨਾ ਹੀ ਸੰਖੇਪ ਵੀ ਹੈ। ਬਹੁਤ ਜਿਹੜੇ ਛੋਟੇ ਜੇ ਆਪਾਂ ਕਹਿੰਦੇ ਛੋਟੀ ਜੀ ਪਰਿਭਾਸ਼ਾ ਹੈ ਕਾਵਿ ਦੀ। ਭਾਵਾਂ ਦਾ ਸ਼ਬਦ ਤੇ ਅਰਥ ਦੇ ਸਹਿ ਭਾਵ ਤੋਂ ਕੀ ਮੰਤਵ ਹੈ? ਹੁਣ ਇੱਥੇ ਸਵਾਲ ਜਿਹੜਾ ਹੈ ਕਿ ਉਹ ਕਹਿਣਾ ਕੀ ਚਾਹੁੰਦਾ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਹੈ ਸਹਿ ਭਾਵ ਹੋਵੇ। ਸਹਿ ਭਾਵ ਨੂੰ ਕੋਮੇ 'ਚ ਰੱਖਿਆ ਕਿ ਸਹਿ ਭਾਵ ਨੂੰ ਪਰਿਭਾਸ਼ਿਤ ਕੀਤਾ ਜਾਵੇ।
ਉਹਨਾਂ ਨੇ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ, ਪਰੰਤੂ ਉਹਨਾਂ ਦੇ ਕਥਨ ਤੋਂ ਇਹ ਲੱਗਦਾ ਹੈ ਕਿ ਜਿਸ ਰਚਨਾ ਵਿੱਚ ਵਰਣਿਤ ਅਰਥ ਦੇ ਅਨੁਰੂਪ ਉਹਦੇ ਅਨੁਸਾਰ, ਉਹਦੇ ਵਰਗੇ ਹੀ, ਉਹਦੇ ਰੂਪ ਦੇ ਅਨੁਸਾਰ ਹੀ ਸ਼ਬਦਾਂ ਦਾ ਪ੍ਰਯੋਗ ਹੋਵੇ ਅਥਵਾ ਸ਼ਬਦਾਂ ਦੇ ਅਨੁਰੂਪ ਅਰਥ ਦਾ ਗਿਆਨ ਹੋਵੇ ਜਾਂ ਗਿਆਨ ਉਹਦੇ ਵਿੱਚ ਵਰਣਿਤ ਕੀਤਾ ਹੋਵੇ, ਉਹ ਸ਼ਬਦ ਤੇ ਅਰਥ ਕਾਵਿ ਹੋਏਗਾ। ਇਹ ਉੱਥੇ ਕਹਿਣ ਤੋਂ ਭਾਵ ਉਹਨਾਂ ਦਾ ਇਹੀ ਹੈ ਕਿ ਸਹਿ ਭਾਵ ਕਿਹੋ ਜਿਹਾ ਹੋਵੇ। ਇੱਥੇ ਕਹਿਣਾ ਜ਼ਰੂਰੀ ਜਾਪਦਾ ਹੈ ਕਿ ਭਾਮਹ ਨੇ ਆਪਣੇ ਕਾਵਿ ਦੇ ਲਕਸ਼ਣ ਦੇ ਵਿੱਚ ਸ਼ਬਦ ਤੇ ਅਰਥ ਤੋਂ ਭਰਪੂਰ ਕਾਵਿ ਸਰੀਰ ਦੀ ਗੱਲ ਕਹਿਣ ਤੋਂ ਤਤਕਾਲ ਬਾਅਦ ਅਲੰਕਾਰਾਂ ਦਾ ਵਿਵੇਚਨ ਸ਼ੁਰੂ ਕਰ ਦਿੱਤਾ। ਹੁਣ ਇਹ ਕਿ ਸ਼ਬਦ ਅਤੇ ਅਰਥ ਤੋਂ ਭਰਪੂਰ ਕਾਵਿ ਸਰੀਰ ਦੇ ਨਾਲ ਤੁਲਨਾ ਕੀਤੀ। ਜਿਵੇਂ ਮਨੁੱਖੀ ਸਰੀਰ ਹੈ, ਉਹਦਾ ਇੱਕ ਤਾਂ ਉਹਦੀ ਬਣਤਰ ਹੈ, ਠੀਕ ਹੈ, ਇੱਕ ਉਹਦੇ ਵਿਚਲੀ ਆਤਮਾ ਹੈ। ਇਸੇ ਤਰੀਕੇ ਨਾਲ ਕਾਵਿ ਸਰੀਰ ਦੇ ਵਿੱਚ ਇੱਕ ਸ਼ਬਦ ਹੈ, ਉਹਦੀ ਕੋਈ ਬਣਤਰ ਹੈ ਤੇ ਉਹਦੇ ਅੰਦਰੋਂ ਕੋਈ ਅਰਥ ਵੀ ਨਿਕਲਦੇ ਨੇ। ਇਹੀ ਹੈ ਕਿ ਸਰੀਰ ਤੇ ਆਤਮਾ ਵਾਲਾ ਜਿਹੜਾ ਹੈ ਉਹ ਸੰਬੰਧ ਹੈ। ਇਸੇ ਨੂੰ ਹੀ ਸਹਿ ਭਾਵ ਕਿਹਾ। ਪੂਰਨ ਮਨੁੱਖ ਉਦੋਂ ਹੀ ਬਣਦਾ ਜਦੋਂ ਉਹਦਾ ਸਰੀਰ ਅਤੇ ਆਤਮਾ ਇੱਕ ਰੂਪ ਹੋਣ। ਇਸ ਤੋਂ ਬਾਅਦ ਉਹਨੇ ਫਿਰ ਗੱਲ ਸ਼ੁਰੂ ਕੀਤੀ ਅਲੰਕਾਰਾਂ ਦੀ। ਅਲੰਕਾਰ ਜਿਹੜਾ ਸਜਾਉਂਦਾ ਹੈ, ਕਵਿਤਾ ਨੂੰ ਸਜਾਉਂਦਾ ਹੈ, ਅਜਿਹੇ ਸ਼ਬਦ ਜਿਹੜੇ ਸਜਾਵਟ ਦਾ ਕੰਮ ਕਰਦੇ ਨੇ। ਅਤੇ ਸਹਿਤ ਯਾਨੀ ਕਿ ਸਹਿ ਭਾਵ ਬਾਰੇ ਚੁੱਪੀ ਧਾਰਨ ਕਰ ਲਈ। ਫਿਰ ਇਹ ਤੋਂ ਬਾਅਦ ਅੱਗੇ ਉਹਨੇ ਬਹੁਤੀ ਗੱਲ ਨਹੀਂ ਕਰੀ ਸਹਿ ਭਾਵ ਦੀ, ਜਿਹਦੀ ਅਸੀਂ ਸਵਾਲ ਉਠਾਇਆ। ਇਸ ਤੋਂ ਬਾਅਦ ਉਹ ਅਲੰਕਾਰਾਂ ਦੀ ਗੱਲ ਕਰਨ ਲੱਗਦਾ ਹੈ। ਫਿਰ ਕੀ ਹੁੰਦਾ, ਅਗਲਾ ਵਿਦਵਾਨ ਹੈ ਦੰਡੀ। ਦੰਡੀ ਕਾਵਿ ਆਦਰਸ਼ ਉਹਦਾ ਜਿਹੜਾ ਗ੍ਰੰਥ ਹੈ, ਉਹਦੇ ਵਿੱਚ ਇਸ ਘਾਟ ਨੂੰ ਉਹ ਪੂਰਾ ਕਰਦਾ ਹੈ ਕਿ ਉਸਨੇ ਅੱਗੇ ਹੋਰ ਜ਼ਿਆਦਾ ਗੱਲ ਨਹੀਂ ਕੀਤੀ, ਤਾਂ ਹੁਣ ਕਹਿੰਦਾ ਕਿ ਦੰਡੀ ਕਰਦਾ ਉਹ ਅੱਗੇ ਹੋਰ ਜ਼ਿਆਦਾ। ਦੰਡੀ ਕੀ ਕਹਿੰਦਾ ਹੈ ਕਿ ਇਸ਼ਟ ਯਾਨੀ ਕਿ ਇੱਛਿਤ ਅਰਥਾਤ ਮਨੋਰਮ, ਹਿਰਦੇ ਨੂੰ ਆਨੰਦ ਕਰਨ ਵਾਲੀ, ਮਨੋਰਮ ਹਿਰਦੇ ਨੂੰ ਆਨੰਦਿਤ ਕਰਨ ਵਾਲੀ ਅਰਥ ਯੁਕਤ ਪਦਾਵਲੀ, ਸ਼ਬਦ ਸਮੂਹ। ਪਦਾਵਲੀ ਮਤਲਬ ਸ਼ਬਦਾਂ ਦਾ ਸਮੂਹ, ਅਰਥਾਤ ਸ਼ਬਦ ਤੇ ਅਰਥ ਦੋਨੋਂ ਮਿਲ ਕੇ ਹੀ ਕਾਵਿ ਦਾ ਸਰੀਰ ਹਨ। ਫਿਰ ਸ਼ਬਦ ਤੇ ਅਰਥ ਦੇ ਉੱਤੇ ਜ਼ੋਰ ਜਿਹੜਾ ਹੈ ਦੰਡੀ ਦਿੰਦਾ ਹੈ। ਇਸ ਤਰ੍ਹਾਂ ਭਾਮਹ ਵੀ ਤੇ ਨਾਲ ਉਹਦੇ ਦੰਡੀ ਵੀ ਦੋਨੋਂ ਹੀ ਕਾਵਿ ਸਰੀਰ ਬਾਰੇ ਗੱਲ ਕਰਦੇ ਨੇ, ਜਿਹਦੇ ਵਿੱਚੋਂ ਸ਼ਬਦ ਅਤੇ ਅਰਥ ਬਾਰੇ ਚਰਚਾ ਕਰਦੇ ਨੇ। ਇਹਨਾਂ ਦੋਨਾਂ ਤੋਂ ਬਾਅਦ ਆਉਂਦਾ ਹੈ ਆਚਾਰਿਆ ਵਾਮਨ। ਵਾਮਨ ਕੀ ਕਹਿੰਦਾ ਹੈ? ਵਾਮਨ ਨੇ ਭਾਵੇਂ ਕਾਵਿ ਦਾ ਕੋਈ ਵੱਖਰਾ ਲਕਸ਼ਣ ਨਹੀਂ ਦਿੱਤਾ, ਪਰ ਫਿਰ ਵੀ ਰੀਤੀ ਦੇ ਵਿਵੇਚਨ ਦੇ ਵਿੱਚ ਕਾਵਿ ਦੇ ਸਰੂਪ ਬਾਰੇ ਉਹਨਾਂ ਦੇ ਵਿਚਾਰ ਸਪਸ਼ਟ ਮਿਲਦੇ ਨੇ। ਹੁਣ ਇਹਦੇ ਵਿੱਚ ਕੀ ਹੈ ਬੇਟੇ, ਇੱਥੇ ਰੁਕ ਕੇ ਇੱਕ ਗੱਲ ਜਿਹੜੀ ਹੈ ਡਿਸਕਸ ਕਰਨ ਵਾਲੀ ਹੈ, ਅੱਗੇ ਆਪਣੇ ਚੈਪਟਰ ਵੀ ਆਉਣਗੇ। ਹੁਣ ਕੀ ਹੈ ਕਿ ਜਿਹੜਾ ਭਾਰਤੀ ਕਾਵਿ ਸ਼ਾਸਤਰ ਹੈ, ਇਹਦੇ ਵਿੱਚ ਮੂਲ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਦਾ ਚਰਚਾ ਜਿਹੜਾ ਹੈ ਉਹ ਹੋਇਆ ਹੈ, ਜਾਂ ਅੱਗੇ ਆਪਾਂ ਇਸੇ ਟੌਪਿਕ ਦੇ ਵਿੱਚ ਕਰਨ ਵਾਲੇ ਆ, ਜਾਂ ਅੱਗੇ ਸਿਲੇਬਸ ਦੇ ਵਿੱਚ ਜਿਹੜਾ ਕਰਨ ਵਾਲੇ ਆ, ਉਹ ਇਹ ਚੀਜ਼ ਹੈ ਕਿ ਆਚਾਰਿਆ ਲੋਕ ਇਹ ਕਹਿੰਦੇ ਨੇ ਕਿ ਕਾਵਿ ਉਸੇ ਨੂੰ ਕਿਹਾ ਜਾਏਗਾ ਜਿਹਦੇ ਵਿੱਚ ਫਲਾਂ ਗੁਣ ਹੋਏਗਾ। ਠੀਕ ਹੈ, ਸ਼ੁਰੂਆਤੀ ਦੌਰ ਦੇ ਵਿੱਚ ਸਾਡੇ ਕੋਲ ਆ ਗਿਆ ਸ਼ਬਦ ਅਤੇ ਅਰਥ। ਪਹਿਲੇ ਪੱਧਰ ਤੇ ਇਹ ਹੈ ਕਿ ਸ਼ਬਦ ਤੇ ਅਰਥ ਦਾ ਸਹਿ ਭਾਵ ਦਾ ਗੁਣ ਜਿਹੜੀ ਰਚਨਾ 'ਚ ਹੋਏਗਾ ਉਹ ਉੱਤਮ ਕਾਵਿ ਹੈ, ਉਹ ਚੰਗਾ ਕਾਵਿ ਹੈ। ਇਸ ਤੋਂ ਬਾਅਦ ਅਲੱਗ-ਅਲੱਗ ਆਚਾਰਿਆ ਹੋਰ ਇਹਦੇ ਵਿੱਚ ਚੀਜ਼ਾਂ ਜੋੜਦੇ ਨੇ। ਜਿਵੇਂ ਆਪਾਂ ਨੇ ਕਿਹਾ ਕਿ ਫਿਰ ਅਲੰਕਾਰ ਦੀ ਗੱਲ ਸ਼ੁਰੂ ਹੋ ਗਈ। ਹੁਣ ਜਿਹੜੇ ਨੇ ਅਲੰਕਾਰ ਦੀ ਗੱਲ ਕਰੀ, ਇਸ ਤੋਂ ਬਾਅਦ ਰੀਤੀ ਦੀ ਗੱਲ ਜਿਹੜੀ ਹੈ ਉਹ ਸ਼ੁਰੂ ਹੋ ਗਈ। ਤਾਂ ਰੀਤੀ ਦਾ ਹੁਣ ਰੀਤੀ ਤੋਂ ਸਾਨੂੰ ਜਿਹੜਾ ਹੈ ਉਹ ਭਾਵ ਲੈਣਾ ਪਏਗਾ ਕਿ ਰੀਤੀ ਫਿਰ ਐਕਚੁਅਲੀ ਹੈ ਕੀ। ਹੁਣ ਇਹਦੇ ਵਿੱਚ ਕੀ ਹੈ, ਉਹ ਸਾਰੀਆਂ ਡਿਸਕਸ਼ਨਸ ਜਿਹੜੀਆਂ ਅੱਗੇ ਆਪਣੇ ਚੈਪਟਰ ਨੇ, ਰੀਤੀ ਦੇ ਉੱਤੇ ਵੀ ਜਿਹੜਾ ਹੈ ਉਹ ਚੈਪਟਰ ਹੈਗਾ। ਹੁਣ ਇਹਦੇ ਵਿੱਚ 6 ਗੁਣ ਆਣਗੇ। ਅਲੱਗ-ਅਲੱਗ ਵਿਦਵਾਨ 6 ਚੀਜ਼ਾਂ ਬਾਰੇ ਡਿਸਕਸ਼ਨ ਕਰਨਗੇ ਕਿ ਆ 6 ਗੁਣ ਜਿਹਦੇ ਵਿੱਚ ਹੈਗੇ ਨੇ ਉਹ ਕਾਵਿ ਹੋਏਗਾ, ਕਾਵਿ ਦੇ ਲਕਸ਼ਣ ਜਿਹੜੇ ਨੇ ਮੰਨੇ ਗਏ ਨੇ। ਹੁਣ 6 ਗੁਣ ਸਾਰੇ ਵਿਦਵਾਨ ਨਹੀਂ ਕਹਿੰਦੇ, 6 ਗੁਣ ਅਲੱਗ-ਅਲੱਗ ਜਿਹੜੇ ਨੇ ਉਹ ਵਿਚਾਰਵਾਨ ਕਹਿੰਦੇ ਨੇ। ਜਿਵੇਂ ਕੋਈ ਕਹੇਗਾ ਕਿ ਜਿਹਦੇ ਵਿੱਚ ਰਸ ਹੈ, ਠੀਕ ਹੈ, ਜਿਵੇਂ ਇੱਥੇ ਗੱਲ ਆ ਗਈ ਕਿ ਉਹ ਕਹਿੰਦੇ ਨੇ ਕਿ ਰੀਤੀ ਦੇ ਆਧਾਰ ਤੇ ਜਿਹਦੇ ਵਿੱਚ ਰੀਤੀ ਹੋਵੇ, ਜਿਹਦੇ ਵਿੱਚ ਅਲੰਕਾਰ ਹੋਵੇ। ਫਿਰ ਅੱਗੇ ਉਹ ਗੱਲ ਕਰਨਗੇ ਜਿਹਦੇ ਵਿੱਚ ਧੁਨੀ ਹੋਵੇ, ਜਿਹਦੇ ਵਿੱਚ ਔਚਿਤਯ ਹੋਵੇ। ਹੁਣ ਵੀ ਇਹ ਚੀਜ਼ਾਂ ਜਿਹੜੀਆਂ ਨੇ ਆਣਗੀਆਂ, ਇਹ ਅਸੀਂ ਸਿੰਪਲੀ ਜਿਹੜਾ ਡਿਸਕਸ ਕਰਾਂਗੇ ਸ਼ਾਰਟ ਫਾਰਮ ਦੇ ਵਿੱਚ। ਅੱਗੋਂ ਇਹਨਾਂ ਹੀ 6 ਦੇ 6 ਜਿਹੜੇ ਗੁਣ ਨੇ, ਇਹਨਾਂ ਦੇ ਉੱਤੇ ਆਪਣੇ 6 ਦੇ 6 ਅੱਗੇ ਟੌਪਿਕ ਨੇ। ਡਿਟੇਲ ਦੇ ਵਿੱਚ ਆਪਾਂ ਫੇਰ ਗੱਲ ਕਰਾਂਗੇ। ਇੱਥੇ ਸਿਰਫ ਅਸੀਂ ਨੇ ਕਾਵਿ ਦੇ ਲਕਸ਼ਣ, ਕਿਹੜਾ ਲਕਸ਼ਣ ਹੈ ਉਹਦਾ ਨਾਮ ਜਿਹੜਾ ਹੈ ਆ ਜਾਵੇ, ਕਿ ਉਹ ਸੰਖੇਪ ਰੂਪ ਦੇ ਵਿੱਚ ਸਾਨੂੰ ਉਹਦੀ ਪਰਿਭਾਸ਼ਾ ਪਤਾ ਹੋਵੇ ਕਿ ਉਹ ਲਕਸ਼ਣ ਕੀ ਹੈ। ਜਿਵੇਂ ਅਲੰਕਾਰ ਦੀ ਗੱਲ ਕਰਦੇ ਨੇ, ਠੀਕ ਹੈ, ਕਿ ਜਿਹੜੇ ਕਾਵਿ ਦੇ ਵਿੱਚ ਅਲੰਕਾਰ ਵਰਤੇ ਗਏ ਹੋਣਗੇ ਉਹ ਜਿਹੜਾ ਹੈ ਉਹ
ਕਾਵ ਦਾ ਲਕਸ਼ਣ ਮੰਨਿਆ ਗਿਆ ਅਲੰਕਾਰ ਨੂੰ, ਤਾਂ ਇਸ ਲਈ ਉਹ ਕਾਵ ਜਿਹੜਾ ਹੈ ਉੱਤਮ ਕਿਸਮ ਦਾ ਕਾਵ ਹੋਏਗਾ। ਤਾਂ ਰੀਤੀ ਹੁੰਦਾ ਢੰਗ, ਲਿਖਣ ਦਾ ਢੰਗ, ਜਿਹਦੇ ਵਿੱਚ ਖੂਬਸੂਰਤ ਲਿਖਣ ਦਾ ਢੰਗ ਹੋਵੇ, ਉਹ ਜਿਹੜਾ ਖੂਬਸੂਰਤ ਲਿਖਣ ਦੇ ਢੰਗ ਨੂੰ ਕਾਵ ਦਾ ਲਕਸ਼ਣ ਮੰਨ ਲਿਆ ਗਿਆ। ਜਿਹਦੇ ਵਿੱਚ ਉਹ ਗੁਣ ਹੋਏਗਾ ਉਹ ਚੰਗਾ ਕਾਵ ਹੋਏਗਾ। ਤੇ ਇਸ ਤਰੀਕੇ ਨਾਲ ਅਲੱਗ-ਅਲੱਗ ਸ਼ਬਦ ਆਣਗੇ, ਨਾਲ ਦੀ ਨਾਲ ਆਪਾਂ ਉਹਦੇ ਅਰਥ ਤਾਂ ਕਰਾਂਗੇ, ਪਰ ਡਿਟੇਲ ਸਟੱਡੀ ਜਿਹੜੀ ਹੈ ਉਹ ਅਸੀਂ ਅਗਲੇ ਆਉਣ ਵਾਲੇ ਟੌਪਿਕਸ ਦੇ ਵਿੱਚ ਕਰਾਂਗੇ। ਅੱਛਾ ਜੀ, ਅੱਗੇ ਹੁਣ ਵਾਮਨ ਕਹਿੰਦਾ ਹੈ ਕਿ ਕਾਵ ਅਲੰਕਾਰ ਦੇ ਕਾਰਨ ਮਾਨਣਯੋਗ ਹੁੰਦਾ ਹੈ। ਇਹਦਾ ਮਤਲਬ ਉਹਦੇ ਚ ਅਲੰਕਾਰ ਜਿਹੜਾ ਅਲੰਕਾਰ ਦਾ ਲੱਛਣ ਹੋਣਾ ਚਾਹੀਦਾ ਹੈ। ਸੌਂਦਰਯ ਹੀ ਅਲੰਕਾਰ ਹੈ, ਉਹਦੀ ਸੁੰਦਰਤਾ ਹੀ ਉਸਦਾ ਜਿਹੜਾ ਕਾਵ ਦਾ ਅਲੰਕਾਰ ਹੁੰਦਾ ਹੈ। ਕਾਵ ਵਿੱਚ ਇਹ ਸੌਂਦਰਯ ਜਿਹੜਾ ਹੈ ਉਹ ਕਿਵੇਂ ਪੈਦਾ ਹੋਏਗਾ? ਉਹ ਹੋਏਗਾ ਜੇਕਰ ਉਹਦੇ ਵਿੱਚ ਦੋਸ਼ ਘੱਟ ਹੋਣਗੇ ਤੇ ਗੁਣ ਜ਼ਿਆਦਾ ਹੋਣਗੇ, ਤਾਂ ਇਸ ਲਈ ਉਹਦੀ ਸੁੰਦਰਤਾ ਦੇ ਵਿੱਚ ਫਿਰ ਵਾਧਾ ਹੋਏਗਾ। ਤਾਂ ਨਾਲੋਂ ਨਾਲ ਅਲੰਕਾਰ ਦੇ ਨਾਲ ਨਾਲ ਇਹ ਕਹਿੰਦਾ ਹੈ ਕਿ ਦੋਸ਼ ਘੱਟ ਹੋਣ, ਦੋਸ਼ਾਂ ਦਾ ਅਭਾਵ ਹੋਵੇ ਤੇ ਗੁਣਾਂ ਦੀ ਬਹੁਤਾਇਤ ਹੋਵੇ, ਪਰ ਓਨੀ ਵੀ ਨਾ ਹੋਵੇ। ਜਿਵੇਂ ਆਪਾਂ ਕਹਿੰਦੇ ਕਿ ਅਤ ਵਿਆਪਤੀ ਵੀ ਨਾ ਹੋਵੇ, ਲੋੜ ਤੋਂ ਵੱਧ ਵੀ ਮਿੱਠਾ ਚੀਜ਼ ਨੂੰ ਬੇਸਵਾਦ ਕਰ ਦਿੰਦਾ। ਆਪਾਂ ਕਿਸੇ ਚੀਜ਼ ਦੇ ਵਿੱਚ ਲੋੜ ਤੋਂ ਵੱਧ ਨਮਕ ਪਾ ਲਈਏ, ਲੋੜ ਤੋਂ ਵੱਧ ਮਿੱਠਾ ਕਰ ਲਈਏ ਤਾਂ ਵੀ ਸਵਾਦ ਨਹੀਂ ਦਿੰਦੀ। ਇਸ ਲਈ ਫਿਰ ਉਹ ਜਦੋਂ ਲੋੜ ਤੋਂ ਵੱਧ ਚੀਜ਼ ਆ ਜਾਂਦੀ ਹੈ ਤਾਂ ਉਹ ਫਿਰ ਉਹਦਾ ਦੋਸ਼ ਬਣ ਜਾਂਦੀ। ਠੀਕ ਹੈ ਜੀ। ਤਾਂ ਇਸ ਲਈ ਬੈਲੈਂਸ ਹੈ ਕਿ ਦੋਸ਼ਾਂ ਦਾ ਭਾਵ ਹੋਵੇ, ਗੁਣ ਤੇ ਅਲੰਕਾਰਾਂ ਦੇ ਗ੍ਰਹਿਣ ਕਰਨ ਕੀਤਾ ਹੋਵੇ, ਉਹਦੇ ਨਾਲ ਹੀ ਜਿਹੜਾ ਹੈ ਉਹਦੇ ਵਿੱਚ ਇਹ ਸੌਂਦਰਯ ਪੈਦਾ ਹੁੰਦਾ ਹੈ। ਕਹਿਣ ਨੂੰ ਭਾਵੇਂ ਕੋਰੇ ਸ਼ਬਦ ਤੇ ਅਰਥ ਨੂੰ ਵੀ ਕਾਵ ਕਹਿ ਦਿੱਤਾ ਜਾਵੇ, ਕਹਿਣ ਲਈ ਕਿਹਾ ਜਾ ਸਕਦਾ, ਪਰ ਐਕਚੁਅਲੀ ਕਾਵ ਉਹੀ ਹੁੰਦਾ ਹੈ ਜਿਹਦੇ ਵਿੱਚ ਅਲੰਕਾਰ ਹੋਵੇ, ਦੋਸ਼ਾਂ ਦਾ ਅਭਾਵ ਹੋਵੇ ਤੇ ਗੁਣ ਹੋਣ, ਅਲੰਕਾਰ ਹੋਣ। ਇਹ ਜਿਹੜਾ ਹੈ ਉਹ ਆਚਾਰਿਆ ਵਾਮਨ ਕਹਿੰਦਾ ਹੈ। ਇਸ ਦੀ ਪਰਿਭਾਸ਼ਾ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਸਿਰਫ ਸ਼ਬਦ ਅਤੇ ਅਰਥ ਦੀ ਗੱਲ ਨਹੀਂ ਕਰੀ, ਉਹ ਤੋਂ ਇਲਾਵਾ ਜਿਹੜਾ ਹੈ ਕਾਵ ਦੇ ਵਿੱਚ ਦੋਸ਼ਾਂ ਦਾ ਨਾ ਹੋਣਾ, ਗੁਣਾਂ ਦਾ ਹੋਣਾ ਤੇ ਅਲੰਕਾਰਾਂ ਦੀ ਮੌਜੂਦਗੀ, ਇਸ ਨੂੰ ਵੀ ਉਹਦੇ ਵਿੱਚ ਐਡ ਕਰ ਲਿਆ ਗਿਆ। ਇਹਦਾ ਮਤਲਬ ਕੀ ਹੈ ਕਿ ਵਾਮਨ ਨੇ ਪਹਿਲੀ ਪਰਿਭਾਸ਼ਾ ਦੇ ਵਿੱਚ ਕੀ ਐਡ ਕਰਿਆ? ਪਹਿਲਾਂ ਸ਼ਬਦ ਤੇ ਅਰਥ ਦੀ ਗੱਲ ਕਰ ਰਹੇ ਨੇ, ਉਸ ਤੋਂ ਬਾਅਦ ਅਲੰਕਾਰ ਜੁੜ ਰਿਹਾ ਹੈ, ਉਸ ਤੋਂ ਬਾਅਦ ਦੋਸ਼ਾਂ ਦਾ ਅਭਾਵ ਹੋਣਾ, ਦੋਸ਼ਾਂ ਦੀ ਗੈਰ ਹਾਜ਼ਰੀ ਹੋਵੇ ਤੇ ਕਾਵਿਕ ਗੁਣਾਂ ਦੀ ਹਾਜ਼ਰੀ ਹੋਵੇ। ਇਹ ਪੰਜ ਚੀਜ਼ਾਂ ਇਹਦੇ ਵਿੱਚ ਹੁਣ ਜੁੜ ਗਈਆਂ। ਇਹਦਾ ਮਤਲਬ ਕੀ ਹੈ? ਇਹ ਜਿਹੜੀਆਂ ਪਰਿਭਾਸ਼ਾਵਾਂ ਨੇ ਅੱਗੇ ਆਉਂਦੀਆਂ ਜਾਣਗੀਆਂ ਤੇ ਉਹਦੇ ਵਿੱਚ ਅਲੱਗ-ਅਲੱਗ ਜਿਹੜੇ ਲੱਛਣ ਨੇ ਉਹ ਜੋੜਦੀਆਂ ਜਾਣਗੀਆਂ, ਜਿਸ ਦੇ ਆਧਾਰ ਤੇ ਕਾਵ ਦੇ ਲੱਛਣ ਨਿਰਧਾਰਿਤ ਹੁੰਦੇ ਨੇ ਜਾਂ ਕਾਵ ਦੀ ਪਰਿਭਾਸ਼ਾ ਜਿਹੜੀ ਹੈ ਨਿਰਧਾਰਿਤ ਹੁੰਦੀ ਚਲੀ ਜਾਂਦੀ ਹੈ। ਇਹਨਾਂ ਦੇ ਅਨੁਸਾਰ ਜਿਹੜੇ ਗੁਣ ਨੇ ਕਾਵ ਦੀ ਸ਼ੋਭਾ ਵਧਾਉਣ ਵਾਲੇ ਜ਼ਰੂਰੀ ਤੱਤ ਜਿਹੜੇ ਨੇ ਹੁੰਦੇ ਨੇ, ਤੇ ਅਲੰਕਾਰ ਉਸ ਦੀ ਸ਼ੋਭਾ ਨੂੰ ਹੋਰ ਵਧਾਉਂਦੇ ਨੇ। ਇਹ ਚੀਜ਼ਾਂ ਜਿਹੜੀਆਂ ਨੇ ਉਹ ਕਾਵ ਦੇ ਲੱਛਣਾਂ ਨੂੰ ਹੋਰ ਜ਼ਿਆਦਾ ਸਪਸ਼ਟ ਕਰਦੀਆਂ ਨੇ। ਇਹਨਾਂ ਨੇ ਗੁਣ ਨੂੰ ਕਾਵ ਦਾ ਅਤ ਜ਼ਰੂਰੀ ਤੱਤ ਮੰਨਿਆ ਤੇ ਉਪਮਾ ਆਦਿ ਅਲੰਕਾਰ ਨੂੰ ਅਨਿਤ ਤੱਤ ਮੰਨਿਆ। ਹੁਣ ਕੀ ਨਿਤ ਤੇ ਅਨਿਤ ਕੀ ਹੈ? ਨਿਤ ਹੈ ਕਿ ਜਿਹਦੇ ਬਿਨਾਂ ਸਰਦਾ ਹੀ ਨਹੀਂ ਹੈ, ਅਨਿਤ ਜਿਹਦੇ ਬਿਨਾਂ ਸਰ ਸਕਦਾ ਹੈ। ਉਹ ਹੋਵੇ, ਮੌਜੂਦ ਹੋਵੇ ਤਾਂ ਵੀ ਕੋਈ ਗੱਲ ਨਹੀਂ, ਪਰ ਇੰਨਾ ਵੀ ਜ਼ਰੂਰੀ ਨਹੀਂ ਹੈ, ਇਸ ਲਈ ਉਹ ਅਨਿਤ ਹੈ। ਨਿਤ ਜਿਹਦੇ ਬਿਨਾਂ ਸਰਦਾ ਹੀ ਨਹੀਂ ਹੈ, ਇਸ ਲਈ ਗੁਣ ਤਾਂ ਹੋਣੇ ਹੀ ਚਾਹੀਦੇ ਨੇ, ਉਹ ਨਿਤ ਨੇ। ਪਰ ਅਲੰਕਾਰ ਹੋਵੇ ਤਾਂ ਚੰਗੀ ਗੱਲ ਹੈ, ਪਰ ਜੇ ਨਾ ਹੋਵੇ ਤਾਂ ਇਹ ਨਹੀਂ ਕਹਿ ਸਕਦੇ ਕਿ ਉਹ ਕਾਵ ਨਹੀਂ ਹੈ। ਅਲੰਕਾਰ ਜੇ ਹੋਵੇ ਤਾਂ ਖੂਬਸੂਰਤੀ ਨੂੰ ਵਧਾਉਂਦਾ ਹੈ। ਇਹਦਾ ਮਤਲਬ ਕੀ ਹੈ ਕਿ ਖੂਬਸੂਰਤੀ ਪਹਿਲਾਂ ਮੌਜੂਦ ਹੈ, ਸੌਂਦਰਯ ਮੌਜੂਦ ਹੈ। ਸੌਂਦਰਯ ਜਿਹੜਾ ਹੈ ਉਹ ਸ਼ਬਦ ਤੇ ਅਰਥ ਦੇ ਸਹਿ ਭਾਵ ਨੇ ਕ੍ਰੀਏਟ ਕਰਿਆ ਹੋਏਗਾ, ਪਰ ਜੇਕਰ ਉਹਦੇ ਚ ਵਾਧਾ ਕਰਨਾ ਹੈ ਤਾਂ ਅਲੰਕਾਰ ਹੈ। ਇਹਦਾ ਮਤਲਬ ਇਹ ਕਿ ਐਕਸਟਰਾ ਜਿਹੜੀ ਹੈ ਉਹ ਚੀਜ਼ ਹੋ ਸਕਦੀ ਹੈ। ਇੱਥੇ ਤੱਕ ਇਹ ਗੱਲ ਜਿਹੜੀ ਹੈ ਉਹ ਆ ਗਈ ਹੈ। ਅਰਥਾਤ ਕਾਵ ਲਈ ਗੁਣਾਂ ਦੀ ਹੋਂਦ ਜ਼ਰੂਰੀ ਹੈ, ਕਿਉਂਕਿ ਉਹ ਕਾਵ ਦਾ ਨਿਤ ਧਰਮ ਹੁੰਦੇ ਨੇ, ਅਤੇ ਅਲੰਕਾਰ ਦੀ ਸੱਤਾ ਜ਼ਰੂਰੀ ਨਹੀਂ। ਜੇ ਮੌਜੂਦ ਹੋਣ ਤਾਂ ਠੀਕ ਹੈ, ਪਰ ਜ਼ਰੂਰੀ ਨਹੀਂ। ਦੂਜਾ, ਵਾਮਨ ਨੇ ਉਹਦੇ ਚ ਹੋਰ ਕੀ ਕਿਹਾ ਕਿ ਕਾਵ ਸਰੀਰ ਦੇ ਵਿੱਚ, ਕਾਵ ਸਰੀਰ ਕਿਹਦੇ ਨਾਲ ਬਣਿਆ? ਸ਼ਬਦ ਅਤੇ ਅਰਥ ਮਿਲ ਕੇ। ਕਾਵ ਸਰੀਰ ਦੀ ਚਿੰਤਾ ਨਾ ਕਰਕੇ ਕਾਵ ਦੀ ਆਤਮਾ ਬਾਰੇ ਉਹ ਵਿਚਾਰ ਕਰਦਾ ਹੈ ਕਿ ਸਿਰਫ ਸ਼ਬਦ ਹੀ ਨਹੀਂ, ਉਹਦੇ ਅਰਥਾਂ ਬਾਰੇ, ਉਹਦੀ ਆਤਮਾ ਬਾਰੇ ਵੀ ਚਰਚਾ ਕਰੀ ਜਾਵੇ। ਤੇ ਹੁਣ ਆਤਮਾ ਜਿਹੜੀ ਹੈ ਉਹ ਫਿਰ ਵਾਮਨ ਕੀ ਕਹਿੰਦਾ? ਉਹ ਤਾਂ ਰੀਤੀ ਚ ਪਈ ਹੈ, ਢੰਗ ਦੇ ਵਿੱਚ ਪਈ ਹੈ, ਕਿ ਜੇਕਰ ਢੰਗ ਹੀ ਮਾੜਾ ਹੈ ਤਾਂ ਸ਼ਬਦ ਵਰਤਿਆਂ ਦਾ ਕੋਈ ਫਾਇਦਾ ਨਹੀਂ, ਉਹਦੇ ਅਰਥ ਖਰਾਬ ਹੋ ਜਾਣਗੇ। ਇਸ ਲਈ ਉਹਦੀ ਰੀਤੀ ਨੂੰ ਜ਼ਿਆਦਾ ਜਿਹੜਾ ਇੰਪੋਰਟੈਂਸ ਦਿੰਦਾ ਹੈ। ਜਿਹੜੀ ਚੀਜ਼ ਨੂੰ ਜਿਹੜਾ ਵਿਦਵਾਨ ਇੰਪੋਰਟੈਂਸ ਦਿੰਦਾ ਹੈ ਉਹ ਉਹਨੂੰ ਕੀ ਕਹਿਣ ਲੱਗ ਪੈਂਦਾ ਹੈ ਕਿ ਉਹ ਤਾਂ ਕਾਵ ਦੀ ਆਤਮਾ ਹੈ। ਜਿਹੜੇ ਅਲੰਕਾਰ ਨੂੰ ਮੰਨਦੇ ਨੇ ਉਹ ਕਹਿੰਦੇ ਨੇ ਕਿ ਅਲੰਕਾਰ ਕਾਵ ਦੀ ਆਤਮਾ ਹੈ। ਜਿਹੜੇ ਰੀਤੀ ਨੂੰ ਮੰਨਦੇ ਨੇ ਉਹ ਕਹਿੰਦੇ ਰੀਤੀ ਕਾਵ ਦੀ ਆਤਮਾ ਹੈ। ਇਸ ਤਰੀਕੇ ਨਾਲ 6 ਸੰਪਰਦਾਇ ਬਣ ਗਏ ਸੀ। ਕਹਿਣ ਤੋਂ ਭਾਵ ਵਿਦਵਾਨਾਂ ਦੇ 6 ਗਰੁੱਪ ਬਣ ਗਏ, ਜਿਹੜੇ ਕਾਵ ਦੀ ਆਤਮਾ ਦੇ ਆਧਾਰ ਤੇ ਅਲੱਗ-ਅਲੱਗ ਜਿਹੜਾ ਰਾਏ ਰੱਖਣ ਲੱਗ ਪਏ। ਉਹ 6 ਦੇ 6 ਜਿਹੜੇ ਨੇ ਸੰਕਲਪ ਜਾਂ 6 ਦੇ 6 ਜਿਹੜੇ ਸੰਪਰਦਾਇ ਨੇ ਉਹ ਸਾਡੇ ਕੋਲ ਅੱਗੇ ਟੌਪਿਕਸ ਦੇ ਵਿੱਚ ਆਣਗੇ। ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਸ ਹੈ, ਵਕਰੋਕਤੀ ਹੈ, ਅਲੰਕਾਰ ਹੈ, ਰੀਤੀ ਹੈ, ਧੁਨੀ ਹੈ ਤੇ ਔਚਿਤਯ ਹੈ। ਇਹ ਸਾਰੇ 6 ਦੇ 6 ਕਹਿੰਦੇ ਨੇ
ਆਪਣੇ ਆਪਣੇ ਪੱਧਰ ਤੇ ਕਿ ਨਹੀਂ ਅਸੀਂ ਜੋ ਗੱਲ ਕਹਿ ਰਹੇ ਹਾਂ ਉਹ ਕਾਵ ਦੀ ਆਤਮਾ ਹੈ। ਹੁਣ ਰੀਤੀ ਵਾਲੇ ਇੱਥੇ ਵਾਮਨ ਵਰਗੇ ਕਹਿੰਦੇ ਨੇ ਕਿ ਨਹੀਂ, ਇਹਦੇ ਵਿੱਚ ਜਿਹੜਾ ਹੈ ਆਤਮਾ, ਜਿਹੜੇ ਅਰਥ ਨੇ ਉਹ ਰੀਤੀ ਦੇ ਨਾਲ ਜੁੜੇ ਹੋਏ ਨੇ। ਕਾਵ ਦੀ ਆਤਮਾ ਜਿਹੜੀ ਹੈ ਉਹ ਰੀਤੀ ਹੈ। ਰੀਤੀ ਤੋਂ ਉਹਨਾਂ ਦਾ ਭਾਵ ਵਿਸ਼ਿਸ਼ਟ ਪਦ ਰਚਨਾ, ਕਿ ਉਹ ਰਚਨਾ ਜਿਹੜੀ ਕਰਨੀ ਹੈ, ਜਿਹੜਾ ਸਟਰਕਚਰ ਬਣਾਉਣਾ ਹੈ, ਜਿਹੜਾ ਲਿਖਣ ਢੰਗ ਹੈ ਉਹ ਵਧੀਆ ਹੋਣਾ ਚਾਹੀਦਾ ਹੈ, ਫਿਰ ਉਹ ਚੰਗੇ ਅਰਥਾਂ ਦਾ ਸੰਚਾਰ ਜਿਹੜਾ ਕਰ ਪਾਏਗਾ। ਇਸ ਲਈ ਵਿਸ਼ਿਸ਼ਟ ਦਾ ਅਰਥ ਹੈ ਗੁਣਯੁਕਤ, ਜਿਹੜਾ ਉਹਦਾ ਢੰਗ ਹੀ ਹੈ ਉਹੀ ਗੁਣਯੁਕਤ ਹੋਣਾ ਚਾਹੀਦਾ ਹੈ। ਲਿਖਣ ਦਾ ਢੰਗ, ਸ਼ਬਦਾਂ ਨੂੰ ਬੰਨਣ ਦਾ ਢੰਗ ਜਿਹੜਾ ਹੈ ਉਹ ਗੁਣਯੁਕਤ ਹੋਣਾ ਚਾਹੀਦਾ, ਯਾਨੀ ਕਿ ਜਿਹੜੀ ਪਦ ਰਚਨਾ ਹੈ ਉਹ ਗੁਣਯੁਕਤ ਹੋਣੀ ਚਾਹੀਦੀ, ਉਹਦੇ ਵਿੱਚ ਦੋਸ਼ ਨਹੀਂ ਹੋਣੇ ਚਾਹੀਦੇ। ਅਰਥਾਤ ਗੁਣਯੁਕਤ ਪਦ ਰਚਨਾ ਹੀ ਰੀਤੀ ਹੈ ਜਿਹੜੀ ਕਿ ਕਾਵ ਦੀ ਆਤਮਾ ਹੈ। ਸਾਰ ਵਜੋਂ ਕਾਵ ਦੀ ਸ਼ੋਭਾ ਵਧਾਉਣ ਵਾਲੇ ਸ਼ਬਦ ਤੇ ਅਰਥ ਦੇ ਸਹਿਬ ਭਾਵ ਵਾਲੀ ਵਿਸ਼ਿਸ਼ਟ ਪਦਾਂ ਦੀ ਰਚਨਾ ਨੂੰ ਰੀਤੀ ਮੰਨਿਆ ਗਿਆ। ਮਤਲਬ ਕਿ ਸ਼ਬਦ ਤੇ ਅਰਥ ਦੇ ਸਹਿ ਭਾਵ ਕਿਵੇਂ ਆਣਗੇ, ਉਹ ਕਹਿੰਦੇ ਤਾਂ ਹੀ ਇਹ ਸਹਿ ਭਾਵ ਅੱਛਾ ਬਣ ਪਾਏਗਾ ਜੇਕਰ ਉਹਦੀ ਰੀਤੀ ਵਧੀਆ ਹੋਊਗੀ। ਇਹਦਾ ਮਤਲਬ ਕਵੀ ਦੀ ਜਿੰਨੀ ਰੀਤੀ ਵਧੀਆ ਹੋਏਗੀ, ਕਵਿਤਾ ਰਚਨ ਦਾ ਜਿੰਨਾ ਉਹਦਾ ਢੰਗ ਵਧੀਆ ਹੋਏਗਾ, ਉਹਨਾਂ ਸ਼ਬਦ ਤੇ ਅਰਥ ਦਾ ਸਹਿ ਭਾਵ ਜਿਹੜਾ ਹੈ ਉਹ ਸਟਰੋਂਗ ਬਣੇਗਾ। ਜਿੰਨਾ ਸਹਿ ਭਾਵ ਸਟਰੋਂਗ ਬਣੇਗਾ ਉਨਾ ਹੀ ਆਪਾਂ ਕਹਿ ਸਕਦੇ ਹਾਂ ਕਿ ਉੱਤਮ ਲੱਛਣ ਉਸ ਰਚਨਾ ਦੇ ਵਿੱਚ ਪੈਦਾ ਹੋਏਗਾ। ਅੱਗੇ ਹੈ ਅਗਨੀ ਪੁਰਾਣ ਦਾ ਰਚੈਤਾ ਦੰਡੀ। ਕਾਵ ਲਕਸ਼ਣ ਦੇ ਵਿੱਚ ਕੁਝ ਸੰਸ਼ੋਧਨ ਕਰਦਾ ਹੈ, ਕੋਈ ਥੋੜਾ ਜਿਹਾ ਹੋਰ ਵਾਧਾ ਘਾਟਾ ਜਿਹੜਾ ਕਰਦਾ, ਉਹਨੂੰ ਸੁਧਾਰਦਾ ਹੈ। ਉਹ ਕਹਿੰਦਾ ਹੈ ਕਿ ਇਸ਼ਟ ਯਾਨੀ ਕਿ ਇੱਛਤ ਅਰਥਾਤ ਹਿਰਦੇ ਨੂੰ ਆਨੰਦ ਕਰਨ ਵਾਲੇ, ਅਰਥ ਨਾਲ ਯੁਕਤ, ਦੋਸ਼ ਰਹਿਤ, ਗੁਣ ਅਤੇ ਅਲੰਕਾਰਾਂ ਨਾਲ ਸਜੇ ਹੋਏ ਸ਼ਬਦ ਸਮੂਹ ਕਾਵ ਹੁੰਦਾ ਹੈ। ਇੱਥੇ ਰੁਦਰਟ ਨੇ ਵੀ ਭਾਵਾਂ ਵਾਂਗ ਸਿਰਫ ਸ਼ਬਦ ਅਤੇ ਅਰਥ ਨੂੰ ਕਾਵ ਸਵੀਕਾਰ ਕੀਤਾ ਹੈ। ਆਚਾਰਿਆ ਵਾਗਭਟ ਦੂਜਾ ਤੇ ਹੇਮਚੰਦਰ ਅਤੇ ਵਿਦਿਆਨਾਥ ਨੇ ਦੰਡੀ ਅਤੇ ਅਗਨੀ ਪੁਰਾਣ ਦੇ ਕਾਵ ਲਕਸ਼ਣਾਂ ਨੂੰ ਲਗਭਗ ਦੁਹਰਾਉਂਦੇ ਹੋਏ ਕੀ ਕਿਹਾ, ਉਹ ਵੀ ਸੇਮ ਹੀ ਗੱਲਾਂ ਕਹਿੰਦੇ ਨੇ ਕਿ ਸ਼ਬਦ ਅਤੇ ਅਰਥ ਦੇ ਵਿਸ਼ੇਸ਼ਣਾਂ ਨੂੰ ਅੱਗੇ ਪਿੱਛੇ ਕਰਕੇ ਕਾਵ ਲਕਸ਼ਣ ਪ੍ਰਸਤੁਤ ਕੀਤੇ ਨੇ। ਕੋਈ ਅਰਥ ਪਹਿਲਾਂ ਲਿਆਂਦਾ, ਕੋਈ ਸ਼ਬਦ ਪਹਿਲਾਂ, ਪਰ ਗੱਲ ਉਹੀ ਕਰਦੇ ਨੇ ਸ਼ਬਦ ਅਤੇ ਅਰਥ ਦੀ, ਕਿਉਂਕਿ ਬੇਸਿਕਲੀ ਸ਼ਬਦ ਅਤੇ ਅਰਥ ਹੀ ਜਿਹੜਾ ਹੈ ਉਹ ਕਾਵ ਹੁੰਦਾ ਹੈ। ਉਹ ਕਹਿੰਦੇ ਕਿ ਦੋਸ਼ ਰਹਿਤ, ਜਿਹਦੇ ਚ ਦੋਸ਼ ਨਾ ਹੋਣ, ਗੁਣ ਅਤੇ ਅਲੰਕਾਰ ਨਾਲ ਯੁਕਤ ਹੋਣ, ਯੁਕਤ ਮਤਲਬ ਕਿ ਮੌਜੂਦ ਹੋਣ, ਅਜਿਹੇ ਆਪਾਂ ਕਹਿ ਸਕਦੇ ਹਾਂ ਕਿ ਸ਼ਬਦ ਅਤੇ ਅਰਥ ਜਿਹੜੇ ਦੋਸ਼ ਰਹਿਤ, ਗੁਣ ਅਤੇ ਅਲੰਕਾਰ ਨਾਲ ਭਰੇ ਹੋਣ, ਜਾਂ ਅਲੰਕਾਰਾਂ ਦੀ ਮੌਜੂਦਗੀ ਹੋਵੇ, ਲੋੜ ਤੋਂ ਵੱਧ ਨਾ ਭਰੇ ਹੋਣ ਉਹਦੇ ਵਿੱਚ, ਉਸ ਨੂੰ ਕਾਵ ਕਿਹਾ। ਤਾਂ ਵਿਦਿਆਨਾਥ ਨੇ ਕਾਵ ਦੇ ਦੋਹਾਂ ਰੂਪਾਂ ਯਾਨੀ ਕਿ ਗਦ ਅਤੇ ਪਦ ਵੱਲ ਸੰਕੇਤ ਕੀਤਾ। ਉਹ ਕਹਿੰਦੇ ਕਿ ਗਦ ਅਤੇ ਪਦ ਦੋਹਾਂ ਦੇ ਵਿੱਚ ਹੀ ਗੱਲ ਕਰਦਾ ਹੈ। ਜੈਦੇਵ ਰੀਤੀ ਮਤਲਬ ਕਿ ਢੰਗ, ਗੁਣ, ਅਲੰਕਾਰ ਅਤੇ ਰਸ ਕੀ ਹੈ, ਜੋ ਅਸਲ ਅਰਥ ਮਿਲਦਾ ਹੈ, ਅਸਲ ਆਨੰਦ ਮਿਲਦਾ ਹੈ, ਇੰਜੋਏ ਮਿਲਦਾ ਹੈ, ਉਸਨੂੰ ਰਸ ਕਿਹਾ ਗਿਆ। ਰੀਤੀ, ਗੁਣ, ਅਲੰਕਾਰ ਅਤੇ ਰਸ ਤੋਂ ਭਰਪੂਰ ਅਨੇਕ ਪ੍ਰਕਾਰ ਦੀ ਬਾਣੀ ਨੂੰ ਕਾਵ ਕਿਹਾ। ਜੈਦੇਵ ਨੇ ਇਹਦੇ ਵਿੱਚ ਐਡੀਸ਼ਨ ਕਰ ਦਿੱਤੀ ਰਸ ਦੀ। ਹੁਣ ਫੇਰ ਅੱਗੇ ਆ ਜਾਏਗਾ, ਜਦੋਂ ਜਿਹੜੇ ਰਸ ਦੇ ਹੱਕ ਦੇ ਵਿੱਚ ਹੋਣਗੇ ਵਿਦਵਾਨ, ਉਹ ਕੀ ਕਹਿਣਗੇ ਕਿ ਰਸ ਹੀ ਕਾਵ ਦੀ ਆਤਮਾ ਹੈ। ਇਸ ਤਰ੍ਹਾਂ ਦੀ ਡਿਸਕਸ਼ਨ ਜਿਹੜੀ ਹੈ ਉਹ ਆਏਗੀ। ਇਸੇ ਤਰ੍ਹਾਂ ਵਿਦਿਆਧਰ ਨੇ ਸਪਸ਼ਟ ਸ਼ਬਦਾਂ ਵਿੱਚ ਸ਼ਬਦ ਅਤੇ ਅਰਥ ਨੂੰ ਕਾਵ ਦਾ ਸਰੀਰ ਮੰਨਿਆ। ਭੋਜਰਾਜ ਹੈ, ਭੋਜਰਾਜ ਨੇ ਚਾਹੇ ਅੰਸ਼ਾਂ 'ਚ ਜੈਦੇਵ ਦਾ ਅਨੁਸਰਨ ਕੀਤਾ, ਉਹੀ ਗੱਲ ਕਹੀ ਜੋ ਜੈਦੇਵ ਕਹਿ ਰਿਹਾ ਹੈ, ਫਿਰ ਵੀ ਇਹਨਾਂ ਦੀ ਧਾਰਨਾ ਬਣਦੀ ਹੈ ਕਿ ਰਸ, ਗੁਣ, ਅਲੰਕਾਰ ਤੋਂ ਅਲੰਕ੍ਰਿਤ ਅਤੇ ਦੋਸ਼ ਰਹਿਤ ਕਾਵ ਦੀ ਰਚਨਾ ਕਰਦਾ ਹੋਇਆ ਕਵੀ ਯਸ਼ ਅਤੇ ਆਤਮਾ ਸੁਖ ਨੂੰ ਪ੍ਰਾਪਤ ਕਰਦਾ ਹੈ। ਇਹਦੇ ਵਿੱਚ ਵੀ ਰਸ ਦੀ ਐਡੀਸ਼ਨ ਜਿਹੜੀ ਹੈ ਉਹ ਹੋ ਗਈ ਹੈ। ਗੁਣ ਤਾਂ ਪਹਿਲਾਂ ਹੀ ਸੀਗੇ, ਅਲੰਕਾਰ ਵੀ ਸੀ, ਹੁਣ ਇੱਕ ਹੋਰ ਐਡੀਸ਼ਨ ਹੋ ਗਈ ਰਸ ਦੀ। ਇਸੇ ਤਰੀਕੇ ਨਾਲ ਔਚਿੱਤਯ ਆ ਜਾਏਗਾ, ਠੀਕ ਹੈ। ਔਚਿੱਤਯ ਦੀ ਗੱਲ ਜਿਹੜਾ ਹੈ ਕੁਝ ਵਿਦਵਾਨ ਕਰਨ ਲੱਗਣਗੇ, ਕੁਝ ਕਹਿਣਗੇ ਧੁਨੀ ਦੇ ਉੱਤੇ, ਕੁਝ ਕਹਿਣਗੇ ਵਕਰੋਕਤੀ ਦੇ ਉੱਤੇ। ਤਾਂ ਇਸ ਤਰੀਕੇ ਨਾਲ ਇਹਦੇ ਵਿੱਚ ਜਿਹੜੇ ਲਕਸ਼ਣ ਨੇ ਉਹ ਜੁੜਦੇ ਚਲੇ ਜਾਂਦੇ ਨੇ। ਇਸ ਸਮੇਂ ਤੱਕ, ਹੁਣ ਤੱਕ ਜਿਹੜੀ ਇਹ ਡਿਸਕਸ਼ਨ ਹੋਈ ਹੈ, ਕਹਿੰਦੇ ਭਾਰਤੀ ਕਾਵ ਸਮੀਖਿਆਕਾਰ ਹੁੰਦੇ ਨੇ ਆਲੋਚਕ, ਜਿਹੜੇ ਨੇ ਵਿਦਵਾਨ, ਜਿਹੜੇ ਨੇ ਕਾਵ ਦੀ ਸਮੀਖਿਆ ਕਰਨ ਵਾਲੇ। ਉਹਨਾਂ ਨੇ ਆਪਣੇ ਆਪਣੇ ਕਾਵ ਲਕਸ਼ਣ ਵਿੱਚ ਕਾਵ ਦੇ ਸਿਰਫ ਬਾਹਰਲੇ ਰੂਪ ਆਕਾਰ ਦੀ ਹੀ ਚਰਚਾ ਕੀਤੀ। ਨਿਰਸੰਦੇਹ ਜਾਪਦਾ ਹੈ ਕਿ ਇਹਨਾਂ ਨੇ ਆਉਣ ਵਾਲੇ ਕਾਵ ਸਮੀਖਿਆਕਾਰਾਂ ਲਈ ਕਾਵ ਲਕਸ਼ਣ ਪ੍ਰਸਤੁਤ ਕਰਨ ਦਾ ਆਧਾਰ ਅਤੇ ਸਮੱਗਰੀ ਤਿਆਰ ਕਰ ਦਿੱਤੀ ਸੀ। ਇਹ ਸ਼ੁਰੂਆਤੀ ਹੈ, ਉਹਨਾਂ ਨੇ
ਹੌਲੀ ਹੌਲੀ ਇਹਦੇ ਵਿੱਚ ਹੋਰ ਜੋੜਨੇ ਸ਼ੁਰੂ ਕਰ ਦਿੱਤੇ ਆਉਣ ਵਾਲੇ ਜਿਹੜੇ ਅੱਗੇ ਆਉਣ ਵਾਲੇ ਵਿਦਵਾਨ ਨੇ। ਫਿਰ ਸਿਰਫ ਸ਼ਬਦ ਤੇ ਅਰਥ ਦੇ ਨਾਲ ਨਹੀਂ, ਉਹਦੇ ਵਿੱਚ ਹੋਰ ਵੀ ਕੁਝ ਐਡੀਸ਼ਨ ਜਿਹੜਾ ਕਰਨ ਲੱਗੀ, ਜਿਸ ਦੇ ਸਹਾਰੇ ਬਾਅਦ ਦੇ ਵਿੱਚ ਕਿਹੜੇ ਵਿਦਵਾਨ ਨੇ, ਆਨੰਦਵਰਧਨ ਹੈ, ਕੁੰਤਕ ਹੈ, ਮੰਮਟ ਹੈ, ਵਿਸ਼ਵਨਾਥ, ਜਗਨਨਾਥ ਆਦਿ ਆਚਾਰਿਆਂ ਨੇ ਆਪਣੇ ਆਪਣੇ ਮੰਤਵਾਂ ਨੂੰ ਸਥਾਪਿਤ ਕਰਦੇ ਹੋਏ ਕਾਵਿ ਦਾ ਵਿਗਿਆਨਕ ਅਤੇ ਵਿਵਸਥਿਤ ਸਰੂਪ ਪ੍ਰਸਤੁਤ ਕੀਤਾ। ਇਹਦੇ ਵਿੱਚ ਹੋਰ ਗੱਲਾਂ ਐਡੀਸ਼ਨ ਕੀਤੀਆਂ। ਇਹ ਹੋਰ ਵਿਦਵਾਨ ਨੇ ਜਿਹੜੇ ਉਸ ਤੋਂ ਬਾਅਦ ਨਵੇਂ ਵਿਦਵਾਨ ਆਈ ਜਾਂਦੇ ਨੇ, ਉਹ ਨਵੀਆਂ ਗੱਲਾਂ ਲੈ ਕੇ ਆਉਂਦੇ ਨੇ, ਫਿਰ ਉਹਦੇ ਵਿੱਚ ਐਡੀਸ਼ਨ ਕਰਦੇ ਨੇ। ਭਾਮਾ ਦੰਡੀ ਆਚਾਰਿਆ ਨੇ ਸਿਰਫ ਕਾਵਿ ਦੇ ਸਰੀਰ ਬਾਰੇ ਮਤ ਪੇਸ਼ ਕੀਤੇ, ਪਰ ਵਾਮਨ ਨੇ ਰੀਤੀ ਨੂੰ ਨਾਲ ਲੈ ਆਂਦਾ ਸੀ। ਇਹ ਕਹਿ ਕੇ ਕਾਵਿ ਦੀ ਆਤਮਾ ਕੀ ਹੈ ਇੱਕ ਨਵਾਂ ਸਵਾਲ ਉਠਾ ਦਿੱਤਾ ਕਿ ਸਰੀਰ ਤਾਂ ਠੀਕ ਹੈ ਕਿ ਕਾਵਿ ਦੇ ਵਿੱਚ ਕੁਝ ਸ਼ਬਦ ਹੁੰਦੇ ਨੇ ਤੇ ਕੋਈ ਉਹਦੇ ਅਰਥ ਹੁੰਦੇ ਨੇ, ਠੀਕ ਹੈ ਜੀ, ਪਰ ਨਾਲੋਂ ਨਾਲ ਇਹਨਾਂ ਨੇ ਹੁਣ ਕਾਵਿ ਦੀ ਆਤਮਾ ਦੇ ਉੱਤੇ ਗੱਲ ਜਿਹੜਾ ਹੈ ਇੱਕ ਨਵਾਂ ਕਿਹਾ ਕਿ ਫਿਰ ਕਾਵਿ ਦੀ ਆਤਮਾ ਅਰਥਾਂ ਤੱਕ ਅਸੀਂ ਜਿਹੜਾ ਹੈ ਕਿਸ ਆਧਾਰ ਤੇ ਪਹੁੰਚਾਂਗੇ। ਉਹ ਕਹਿੰਦਾ ਕਿ ਰੀਤੀ ਨਾਲ, ਕਿ ਬਹੁਤ ਖੂਬਸੂਰਤ ਢੰਗ ਨਾਲ ਜਿਹੜਾ ਹੈ ਉਹਦੇ ਅਰਥਾਂ ਤੱਕ ਪਹੁੰਚਿਆ ਜਾ ਸਕਦਾ ਹੈ, ਉਹਦਾ ਰਸ ਕਿਵੇਂ ਲਿਆ ਜਾ ਸਕਦਾ ਹੈ, ਰਸ ਵਾਲੇ ਆ ਗਏ। ਹੁਣ ਆਚਾਰਿਆ ਆਨੰਦਵਰਧਨ ਲਈ ਕਾਵਿ ਦੀ ਆਤਮਾ ਦਾ ਨਿਸ਼ਚੈ ਕਰਨ ਦਾ ਇੱਕ ਮਹੱਤਵਪੂਰਨ ਸਵਾਲ ਬਣ ਗਿਆ। ਇਹਨਾਂ ਨੇ ਸਪਸ਼ਟ ਤੌਰ ਤੇ ਕਾਵਿ ਦਾ ਲੱਛਣ ਕਿਸੇ ਥਾਂ ਨਹੀਂ ਦਿੱਤਾ, ਪਰ ਫਿਰ ਵੀ ਸ਼ਬਦ ਤੇ ਅਰਥ ਦਾ ਅਰਥ ਕਾਵਿ ਦਾ ਸਰੀਰ ਅਤੇ ਧੁਨੀ ਕਾਵਿ ਦੀ ਆਤਮਾ ਹੈ, ਇਹ ਕਹਿ ਦਿੱਤਾ। ਹੁਣ ਧੁਨੀ ਨੂੰ ਲੈ ਆਏ, ਇੱਕ ਹੋਰ ਇਹਦੇ ਵਿੱਚ ਐਡੀਸ਼ਨ ਹੋ ਗਈ। ਪਹਿਲਾਂ ਸੀ ਕੀ ਸੀ, ਸ਼ਬਦ, ਅਰਥ, ਗੁਣ, ਦੋਸ਼ਾਂ ਦਾ ਨਾ ਹੋਣਾ, ਫਿਰ ਇਹਦੇ ਵਿੱਚ ਜੁੜ ਗਿਆ ਅਲੰਕਾਰ, ਫਿਰ ਜੁੜ ਗਈ ਰੀਤੀ, ਹੁਣ ਇੱਕ ਹੋਰ ਕੀ ਚੀਜ਼ ਆ ਗਈ, ਧੁਨੀ। ਧੁਨੀ ਕਾਵਿ ਦੀ ਆਤਮਾ ਹੈ। ਇਹਦੇ ਵਿੱਚ ਉਹਨਾਂ ਨੇ ਆਪਣੀ ਗੱਲ ਜਿਹੜੀ ਹੈ ਕਹੀ। ਇਸ ਤਰ੍ਹਾਂ ਆਨੰਦਵਰਧਨ ਦੇ ਅਨੁਸਾਰ ਧੁਨੀ ਹੀ ਕਾਵਿ ਦਾ ਪ੍ਰਮੁੱਖ ਤੱਤ ਹੈ, ਜਿਸ ਦੇ ਬਿਨਾਂ ਸੁੰਦਰ ਸ਼ਬਦ ਅਤੇ ਅਰਥ ਵੀ ਪ੍ਰਾਣ ਬਿਨਾਂ ਸਰੀਰ ਵਾਂਗ ਹਨ। ਜਿਹਦੇ ਅਜਿਹਾ ਸਰੀਰ ਜਿਹਦੇ ਵਿੱਚ ਪ੍ਰਾਣ ਨਾ ਹੋਣ, ਜੇਕਰ ਉਹਦੇ ਵਿੱਚ ਧੁਨੀ ਨਾ ਹੋਵੇ। ਧੁਨੀ ਬੇਸਿਕਲੀ ਜਿਵੇਂ ਆਪਾਂ ਕਹਿੰਦੇ ਕਿ ਮੰਦਿਰ ਦੇ ਵਿੱਚ ਕੋਈ ਘੰਟੀ ਵੱਜਦੀ ਹੈ, ਬਾਅਦ ਵਿੱਚ ਜਿਹੜੀ ਗੂੰਜ ਆਉਂਦੀ ਹੈ ਉਹ ਉਸ ਨੂੰ ਧੁਨੀ ਮੰਨਦੇ ਨੇ। ਤਾਂ ਰਚਨਾ ਦਾ ਜਿਹੜਾ ਪ੍ਰਭਾਵ ਹੈ, ਕਾਵਿ ਦਾ ਜਿਹੜਾ ਪ੍ਰਭਾਵ ਹੈ, ਜਿਹੜੇ ਉਹਦੇ ਅਰਥਾਂ ਦਾ ਪ੍ਰਭਾਵ ਲੰਮੇ ਸਮੇਂ ਤੱਕ ਰਹਿੰਦਾ ਹੈ, ਉਸ ਨੂੰ ਧੁਨੀ ਕਿਹਾ। ਧੁਨੀ ਜੇਕਰ ਨਹੀਂ ਹੈ ਤਾਂ ਫਿਰ ਉਹ ਕਹਿੰਦੇ ਨੇ ਕਿ ਕਾਵਿ ਅਜਿਹਾ ਹੈ ਜਿਵੇਂ ਕਿ ਇੱਕ ਸਰੀਰ ਉਹਦੀ ਆਤਮਾ ਤੋਂ ਬਗੈਰ ਹੋਵੇ। ਇਸ ਤੋਂ ਬਾਅਦ ਅੱਗੇ ਇਹਦੇ ਉੱਤੇ ਚਰਚਾ ਹੋਈ ਧੁਨੀ ਦੇ ਉੱਤੇ। ਰਾਜਸ਼ੇਖਰ ਵੀ ਜਿਹੜਾ ਹੈ ਆਨੰਦਵਰਧਨ ਦੇ ਧੁਨੀ ਹੀ ਕਾਵਿ ਦੀ ਆਤਮਾ ਹੈ ਨੂੰ ਨਾ ਮੰਨ ਕੇ ਉਹਨੇ ਸ਼ਬਦ ਅਤੇ ਅਰਥ ਦੇ ਸਰੀਰ ਵਾਲੇ ਕਾਵਿ ਦੇ ਵਿੱਚ ਉਹਨੇ ਕੀ ਐਡੀਸ਼ਨ ਕਰੀ ਰਾਜਸ਼ੇਖਰ ਨੇ ਵੀ, ਉਹ ਕਹਿੰਦਾ ਕਿ ਜਿਹਦੇ ਵਿੱਚ ਰਸ ਹੋਵੇ। ਇਸ ਲਈ ਫਿਰ ਉਹ ਕੀ ਕਹੇਗਾ ਰਾਜਸ਼ੇਖਰ ਕਿ ਕਾਵਿ ਦੀ ਆਤਮਾ ਕੀ ਹੈ, ਰਸ ਹੈ। ਇਹਦਾ ਮਤਲਬ ਧੁਨੀ ਵੀ ਹੋਵੇ, ਅਲੰਕਾਰ ਵੀ ਹੋਵੇ, ਸਭ ਕੁਝ ਹੋਵੇ, ਜੇਕਰ ਉਹਦੇ ਵਿੱਚ ਰਸ ਨਹੀਂ ਹੈ, ਉਹ ਰਚਨਾ ਰਸ ਨਹੀਂ ਦਿੰਦੀ ਤਾਂ ਉਹ ਬੇਸੁਆਦੀ ਹੈ। ਇਸੇ ਮਤ ਦਾ ਸਮਰਥਨ ਭੋਜਰਾਜ ਕਰਦਾ ਹੈ। ਦੋਸ਼ ਰਹਿਤ, ਗੁਣਯੁਕਤ, ਅਲੰਕਾਰਾਂ ਨਾਲ ਸਜੀ ਹੋਈ ਅਤੇ ਰਸ ਨਾਲ ਓਤ-ਪ੍ਰੋਤ ਭਰੀ ਹੋਈ ਕਾਵਿ ਰਚਨਾ ਕਰਨ ਵਾਲਾ ਕਵੀ ਜਸ ਅਤੇ ਪ੍ਰੀਤੀ ਯਾਨੀ ਕਿ ਆਤਮ ਸੁਖ ਨੂੰ ਪ੍ਰਾਪਤ ਕਰਦਾ। ਉਹਦੇ ਵਿੱਚ ਉਸਨੇ ਇੱਕ ਹੋਰ ਐਡ ਜਿਹੜਾ ਹੈ ਉਹ ਕਰ ਦਿੱਤਾ। ਇਸ ਲਈ ਇਹਦੇ ਨਾਲ ਹੀ ਕੇਸ਼ਵ ਮਿਸ਼ਰ ਕੀ ਕਹਿੰਦਾ ਕਿ ਰਸ ਨਾਲ ਭਰਪੂਰ ਕਾਵਿ ਦਾ ਸੁਣਿਆ ਇੱਕ ਵਾਕ ਵੀ ਵਿਸ਼ੇਸ਼ ਤਰ੍ਹਾਂ ਦਾ ਆਨੰਦ ਦਿੰਦਾ। ਜੇਕਰ ਉਹ 'ਚ ਰਸ ਨਹੀਂ, ਕਿੰਨੇ ਮਰਜ਼ੀ ਸ਼ਬਦ ਹੋਣ, ਕਿੰਨੀ ਮਰਜ਼ੀ ਆਪਾਂ ਕਹਿੰਦੇ ਕਿ ਉਹਦੇ ਵਿੱਚ ਲੰਬੀ ਰਚਨਾ ਹੋਵੇ, ਪਰ ਉਹ ਰਚਨਾ ਫਿਰ ਜਿਹੜਾ ਹੈ ਉਹ ਸਵਾਦ ਨਹੀਂ ਦਿੰਦੀ। ਉਹ ਕਹਿੰਦਾ ਰਸ ਨਾਲ ਭਰਿਆ ਤਾਂ ਇੱਕ ਵਾਕ ਹੀ ਆਨੰਦ ਦੇ ਦਿੰਦਾ। ਆਚਾਰਿਆ ਕੁੰਤਕ ਹੈ। ਰਮਣੀयता ਅਥਵਾ ਚਮਤਕਾਰ ਦੀ ਵਿਸ਼ੇਸ਼ਤਾ ਰੱਖਣ ਵਾਲਾ ਨਾ ਤਾਂ ਕੇਵਲ ਸ਼ਬਦ ਅਤੇ ਨਾ ਹੀ ਕੇਵਲ ਅਰਥ, ਬਲਕਿ ਇਹਨਾਂ ਦੋਹਾਂ ਦਾ ਸਹਿਭਾਵ ਹੀ ਕਾਵਿ ਹੈ। ਪਰ ਇਹ ਸ਼ਬਦ ਅਤੇ ਅਰਥ ਸਹਿਭਾਵ ਵਕਰੋਕਤੀ ਅਥਵਾ ਚਮਤਕਾਰ ਭਰੀ ਉਕਤੀ ਤੋਂ ਪਰਿਪੁਸ਼ਟ ਹੋਣਾ ਚਾਹੀਦਾ। ਇੱਕ ਚੀਜ਼ ਹੋਰ ਆ ਗਈ, ਵਕਰੋਕਤੀ। ਵਕਰੋਕਤੀ ਸ਼ਬਦ ਜਿਹੜਾ ਆਇਆ ਉਹ ਆਇਆ ਵਕਰ ਤੋਂ। ਵਕਰ ਕੀ ਹੁੰਦਾ ਹੈ? ਜਿਵੇਂ ਕੋਈ ਇੱਕ ਟੇਢੀ, ਜਿਵੇਂ ਆਪਾਂ ਕਹਿੰਦੇ ਕਿ ਵਕਰ, ਇੱਕ ਤਾਂ ਹੋ ਗਈ ਸਿੱਧੀ ਲਾਈਨ, ਇੱਕ ਉਹਦੇ ਵਿੱਚ ਆ ਗਿਆ ਵਕਰ, ਟੇਢਾਪਣ ਆ ਗਿਆ ਜਿਸ ਨੂੰ, ਉਸ ਨੂੰ ਕਿਹਾ ਗਿਆ ਵਕਰ। ਇਹਦਾ ਮਤਲਬ ਸ਼ਬਦ ਤੇ ਅਰਥ ਸਿੱਧਾ ਹੀ ਜੇ ਨਾ ਹੋਣ, ਉਹਦੇ ਵਿੱਚ ਕੁਝ ਟੇਢਾਪਣ ਹੋਵੇ। ਟੇਢਾਪਣ ਮਤਲਬ ਉਹਦੇ ਵਿੱਚ ਕਲਾਤਮਕਤਾ ਹੋਵੇ। ਫਿਰ ਇਹਦੇ ਵਿੱਚ ਇੱਕ ਹੋਰ ਐਡੀਸ਼ਨ ਹੋਗੀ ਧੁਨੀ ਤੋਂ ਬਾਅਦ ਕਿ ਇਹਦੇ ਵਿੱਚ ਵਕਰੋਕਤੀ ਵੀ ਹੋਣੀ ਚਾਹੀਦੀ ਹੈ, ਠੀਕ ਹੈ, ਉਸੇ ਨੂੰ ਹੀ ਮੰਨਿਆ ਜਾਏਗਾ। ਹੁਣ ਵਕਰੋਕਤੀ ਨੂੰ ਫਿਰ ਉਹ ਕਹਿਣਗੇ ਕਿ ਕਾਵਿ ਦੀ ਆਤਮਾ ਜਿਹੜੀ ਹੈ ਉਹ ਵਕਰੋਕਤੀ ਹੈ। ਇਹਦੇ ਵਿੱਚ ਅੱਗੇ ਜਾ ਕੇ ਇੱਕ ਹੋਰ ਡਿਸਕਸ਼ਨ ਜਿਹੜੀ ਹੈ ਉਹ ਆਏਗੀ ਕਸ਼ੇਮੇਂਦਰ ਦੀ। ਕਸ਼ੇਮੇਂਦਰ ਕੀ ਕਹਿੰਦਾ ਹੈ? ਉਹ ਚਿੱਤਿਆਂ ਨੂੰ ਕਾਵਿ ਦੀ ਆਤਮਾ ਮੰਨਦਾ ਹੈ। ਉਹ ਚਿੱਤਿਆ ਮਤਲਬ ਉਚਿਤ ਜਿੰਨਾ ਹੋਣਾ ਚਾਹੀਦਾ ਹੈ। ਕੋਈ ਰੈਸਿਪੀ ਹੈ, ਉਹਦੇ ਵਿੱਚ ਇੰਨੇ ਗ੍ਰਾਮ ਆ ਚੀਜ਼, ਇੰਨੇ ਗ੍ਰਾਮ ਆ ਚੀਜ਼, ਨਾ ਵੱਧ ਨਾ ਘੱਟ, ਉਚਿਤ ਮਾਤਰਾ ਦੇ ਵਿੱਚ। ਸ਼ਬਦ ਤੇ ਅਰਥ ਦਾ ਰਿਲੇਸ਼ਨ, ਰਸ,
ਸਭ ਕੁਝ ਉਚਿਤ ਮਾਤਰਾ ਦੇ ਵਿੱਚ ਜਿਹੜਾ ਜਦ ਤੱਕ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਹੈ ਉਹ ਕਾਵ ਦਾ ਲੱਛਣ ਉੱਤਮ ਨਹੀਂ ਹੁੰਦਾ। ਅਜਿਹੇ ਕਾਵ ਜਿਹਦੇ ਵਿੱਚ ਔਚਿਤਯ ਦਾ ਲੱਛਣ ਹੋਵੇ ਉਸ ਨੂੰ ਉੱਤਮ ਕਾਵ ਮੰਨਿਆ ਜਾਏਗਾ। ਇਸ ਲਈ ਕਾਵ ਦੀ ਆਤਮਾ ਕੀ ਕਹੇਗਾ ਫਿਰ ਕਸ਼ੇਮੇਂਦਰ? ਉਹ ਕਹੇਗਾ ਕਿ ਔਚਿਤਯ ਹੀ ਕਾਵ ਦੀ ਆਤਮਾ ਹੈ। ਉਹ ਕਹਿੰਦੇ ਕਿ ਔਚਿਤਯ ਤੋਂ ਬਿਨਾ ਗੁਣ, ਅਲੰਕਾਰ, ਹੋਰ ਕੋਈ ਵੀ ਕਾਵ ਤੱਤ ਭਾਵੇਂ ਕਿੰਨੇ ਮਰਜ਼ੀ ਹੋਣ, ਇਹ ਤੋਂ ਬਿਨਾ ਕਾਵ ਰਮਣੀय ਸੁੰਦਰ ਨਹੀਂ ਬਣ ਸਕਦਾ, ਖਿੱਚ ਪਾਉਣ ਵਾਲਾ ਜਿਹੜਾ ਹੈ ਉਹ ਨਹੀਂ ਬਣ ਸਕਦਾ। ਇਸ ਤਰੀਕੇ ਨਾਲ ਹੁਣ ਜਿਹੜਾ ਹੈ ਇਹ ਡਿਸਕਸ਼ਨ ਜਿਹੜੀ ਹੈ ਉਹ ਅੱਗੇ ਚੱਲੇਗੀ। ਅਗਲੇ ਲੈਕਚਰ ਦੇ ਵਿੱਚ ਅਸੀਂ ਕਾਵ ਦੇ ਸਰੂਪ ਬਾਰੇ ਡਿਸਕਸ ਕਰਾਂਗੇ। ਥੈਂਕਸ ਅ ਲੋਟ।